RDSP ਰਜਿਸਟਰਡ ਡਿਸੇਬਿਲਿਟੀ ਸੇਵਿੰਗਸ ਪਲਾਨ। ਇਹ ਇੱਕ ਪਾਵਰਫੁਲ ਟੂਲ ਹੈ ਜੋ ਕਿ ਕੈਨੇਡਾ ਵਿੱਚ ਡਿਸੇਬਲ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸੇਵਿੰਗਸ ਕਰਨ ਦੇ ਵਿੱਚ ਮਦਦ ਕਰਦਾ ਹੈ। ਇਹ RRSP ਵਰਗਾ ਹੀ ਰਜਿਸਟਰਡ ਪਲਾਨ ਹੈ। ਫਰਕ ਇਹ ਹੈ ਕਿ ਇਸ ਦੇ ਵਿੱਚ ਸਰਕਾਰ ਗ੍ਰਾਂਟਸ ਦਿੰਦੀ ਹੈ, ਪਰ ਇਸ ਦੇ ਵਿੱਚ ਕੰਟਰੀਬਿਊਟ ਕਰਨ ਦੇ ਨਾਲ ਟੈਕਸ ਦੀ ਛੋਟ ਨਹੀਂ ਮਿਲਦੀ। ਇਸ ਬਾਰੇ ਪੂਰੀ ਜਾਣਕਾਰੀ ਇਸ ਪੋਡਕਾਸਟ ਦੇ ਵਿੱਚ ਮਿਲੇਗੀ। ਰਜਿਸਟਰਡ ਡਿਸੇਬਿਲਿਟੀ ਸੇਵਿੰਗਸ ਪਲਾਨ ਕੈਨੇਡੀਅਨ ਸਰਕਾਰ ਵੱਲੋਂ 2008 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। ਅਸੀਂ ਜਾਣਾਂਗੇ ਕਿ ਇਸ ਅਕਾਊਂਟ ਲਈ ਕੌਣ ਕੁਆਲੀਫਾਈ ਕਰਦਾ ਹੈ, ਇਸ ਅਕਾਊਂਟ ਨੂੰ ਤੁਸੀਂ ਕਿਵੇਂ ਖੋਲ ਸਕਦੇ ਹੋ, ਕਿਹੜੀਆਂ ਗ੍ਰਾਂਟਸ ਅਵੇਲੇਬਲ ਹਨ, ਇਨਵੈਸਟਮੈਂਟ ਆਪਸ਼ਨਸ ਕੀ ਹਨ ਅਤੇ ਇਸ ਵਿੱਚੋਂ ਪੈਸੇ ਕਦੋਂ ਅਤੇ ਕਿੱਦਾਂ ਕਢਾਏ ਜਾ ਸਕਦੇ ਹਨ। ਸੋ ਉਮੀਦ ਹੈ ਕਿ ਅੱਜ ਦੇ ਇਸ ਪੋਡਕਾਸਟ ਤੋਂ ਬਾਅਦ ਇਹ ਸਮੱਸਿਆ ਨਹੀਂ ਰਹੇਗੀ। ਸਭ ਤੋਂ ਪਹਿਲੀ ਕੁਆਲੀਫਿਕੇਸ਼ਨ, ਤੁਸੀਂ ਕੈਨੇਡੀਅਨ ਰੈਜ਼ੀਡੈਂਟ ਹੋਣੇ ਚਾਹੀਦੇ ਹੋ। ਦੂਸਰਾ, ਤੁਹਾਡੇ ਕੋਲ ਸੋਸ਼ਲ ਇੰਸ਼ੋਰੈਂਸ ਨੰਬਰ ਹੋਣਾ ਚਾਹੀਦਾ ਹੈ। ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਜੇ ਕੋਈ ਆਪਣੇ ਬੱਚੇ ਜਾਂ ਪਰਿਵਾਰ ਦੇ ਮੈਂਬਰ ਦੇ ਲਈ ਇਹ ਅਕਾਊਂਟ ਖੋਲ ਰਿਹਾ ਹੈ ਤਾਂ ਬੈਨੀਫੀਸ਼ੀਅਰੀ ਅਤੇ ਅਕਾਊਂਟ ਹੋਲਡਰ ਦੋਨਾਂ ਦੇ ਕੋਲ ਸੋਸ਼ਲ ਇੰਸ਼ੋਰੈਂਸ ਨੰਬਰ ਹੋਣਾ ਜ਼ਰੂਰੀ ਹੈ। ਅਗਲੀ ਰਿਕੁਆਇਰਮੈਂਟ ਹੈ ਕਿ ਤੁਸੀਂ ਡਿਸੇਬਿਲਿਟੀ ਟੈਕਸ ਕ੍ਰੈਡਿਟ ਦੇ ਲਈ ਕੁਆਲੀਫਾਈ ਕਰਦੇ ਹੋਵੋ। ਡਿਸੇਬਿਲਿਟੀ ਟੈਕਸ ਕ੍ਰੈਡਿਟ ਕਿਵੇਂ ਅਪਲਾਈ ਕਰਨਾ, ਇਸ ਬਾਰੇ ਜਾਣਨ ਦੇ ਲਈ ਪੋਡਕਾਸਟ ਦੇ ਨਾਲ ਬਣੇ ਰਹੋ। ਫਿਰ ਆਖਰੀ ਕੁਆਲੀਫਿਕੇਸ਼ਨ ਹੈ ਕਿ ਬੈਨੀਫੀਸ਼ੀਅਰੀ 60 ਸਾਲ ਤੋਂ ਘੱਟ ਦੀ ਉਮਰ ਦਾ ਹੋਵੇ। ਅਸਲ ਵਿੱਚ ਜੇ ਗ੍ਰਾਂਟ ਦੇ ਲਈ ਅਕਾਊਂਟ ਖੋਲ੍ਹਿਆ ਜਾ ਰਿਹਾ ਹੈ ਤਾਂ 49 ਸਾਲ ਦੀ ਉਮਰ ਤੱਕ ਹੀ ਗ੍ਰਾਂਟ ਮਿਲੇਗੀ, ਪਰ ਤੁਸੀਂ ਜੇ ਕੰਟਰੀਬਿਊਟ ਕਰਨਾ ਹੈ ਤਾਂ ਤੁਸੀਂ 59 ਸਾਲ ਯਾਨੀ 59 ਇਅਰਸ ਦੀ ਉਮਰ ਤੱਕ ਕੰਟਰੀਬਿਊਟ ਕਰ ਸਕਦੇ ਹੋ। ਹੁਣ ਆਉਂਦੀ ਹੈ ਡਿਸੇਬਿਲਿਟੀ ਟੈਕਸ ਕ੍ਰੈਡਿਟ ਐਪਲੀਕੇਸ਼ਨ। ਇਸ ਲਈ ਗਵਰਨਮੈਂਟ ਦਾ ਫਾਰਮ ਕੰਪਲੀਟ ਕਰਨਾ ਪਏਗਾ। ਡਿਸਕ੍ਰਿਪਸ਼ਨ ਦੇ ਵਿੱਚ ਇਸ ਫਾਰਮ ਦਾ ਲਿੰਕ ਦਿੱਤਾ ਗਿਆ ਹੈ। ਆਪਣੀ ਜਾਣਕਾਰੀ ਇਸ ਦੇ ਵਿੱਚ ਤੁਸੀਂ ਭਰ ਸਕਦੇ ਹੋ, ਆਪਣੇ ਡਾਕਟਰ ਦੇ ਕੋਲ ਲੈ ਕੇ ਜਾ ਸਕਦੇ ਹੋ। ਡਾਕਟਰਸ ਦਾ ਵੀ ਇਸ ਫਾਰਮ ਨੂੰ ਪੜ੍ਹਨਾ ਜ਼ਰੂਰੀ ਹੈ ਕਿਉਂਕਿ ਉਹੀ ਇਸ ਫਾਰਮ ਦੇ ਉੱਤੇ ਤੁਹਾਡੀ ਡਿਸੇਬਿਲਿਟੀ ਨੂੰ ਕਨਫਰਮ ਕਰਨਗੇ ਅਤੇ ਫਿਰ ਤੁਸੀਂ ਇਹ ਫਾਰਮ ਸਬਮਿਟ ਕਰ ਸਕਦੇ ਹੋ। ਜਦੋਂ ਤੁਹਾਨੂੰ ਕਨਫਰਮੇਸ਼ਨ ਦੀ ਚਿੱਠੀ ਆ ਜਾਏ, ਫਿਰ ਤੁਸੀਂ ਆਪਣੇ ਬੈਂਕ ਜਾਂ ਕ੍ਰੈਡਿਟ ਯੂਨੀਅਨ ਦੇ ਕੋਲ ਜਾ ਕੇ RDSP ਅਕਾਊਂਟ ਖੋਲ ਸਕਦੇ ਹੋ। ਜੋ RDSP ਅਕਾਊਂਟ ਖੋਲਦਾ ਹੈ ਉਸ ਨੂੰ ਹੋਲਡਰ ਕਹਿੰਦੇ ਹਨ, ਜਿਸ ਵਿੱਚ ਉਹ ਆਪ ਵੀ ਬੈਨੀਫੀਸ਼ੀਅਰੀ ਹੋ ਸਕਦਾ ਹੈ ਜਾਂ ਫਿਰ ਉਹ ਇਹ ਅਕਾਊਂਟ ਆਪਣੇ ਪਰਿਵਾਰ ਦੇ ਮੈਂਬਰ ਲਈ ਵੀ ਖੋਲ ਸਕਦੇ ਹਨ, ਜਿਸ ਦੇ ਵਿੱਚ ਪਰਿਵਾਰ ਦਾ ਮੈਂਬਰ ਬੈਨੀਫੀਸ਼ੀਅਰੀ ਹੋਏਗਾ। ਉਦਾਹਰਨ ਦੇ ਤੌਰ ਤੇ ਜਿਵੇਂ ਬੱਚਿਆਂ ਦੇ ਲਈ RESP ਖੋਲੀ ਜਾਂਦੀ ਹੈ, ਉਸੇ ਤਰ੍ਹਾਂ ਹੀ ਮਾਂ-ਬਾਪ ਆਪਣੇ ਬੱਚੇ ਦੇ ਲਈ RDSP ਅਕਾਊਂਟ ਵੀ ਖੋਲ ਸਕਦੇ ਹਨ। ਜੇ ਬੈਨੀਫੀਸ਼ੀਅਰੀ ਮਾਈਨਰ ਹੈ, ਨਾਬਾਲਿਗ ਹੈ, ਤਾਂ ਉਸਦੇ ਮਾਤਾ-ਪਿਤਾ ਜਾਂ ਲੀਗਲ ਗਾਰਡੀਅਨ ਉਹਨਾਂ ਲਈ ਇਹ ਅਕਾਊਂਟ ਖੋਲ ਸਕਦੇ ਹਨ, ਜਾਂ ਫਿਰ ਇੱਕ ਬਾਲਿਗ ਇਨਸਾਨ ਜੋ ਕਿ ਆਪਣੇ ਫਾਈਨੈਂਸਿਸ ਦਾ ਖਿਆਲ ਨਹੀਂ ਰੱਖ ਸਕਦਾ, ਉਸ ਦੇ ਲਈ ਵੀ ਉਸੇ ਪੇਰੈਂਟਸ ਜਾਂ ਫਿਰ ਲੀਗਲ ਗਾਰਡੀਅਨ ਇਹ ਅਕਾਊਂਟ ਖੋਲ ਸਕਦੇ ਹਨ। ਅਕਾਊਂਟ ਹੋਲਡਰ ਅਕਾਊਂਟ ਖੋਲਦਾ ਹੈ ਤੇ ਇਸ ਦੇ ਵਿੱਚ ਕੰਟਰੀਬਿਊਟ ਕਰਦਾ ਹੈ ਬੈਨੀਫੀਸ਼ੀਅਰੀ ਦੇ ਫਾਇਦੇ ਦੇ ਲਈ, ਜਾਂ ਅਥਾਰਟੀ ਦਿੰਦਾ ਹੈ ਕਿਸੇ ਹੋਰ ਨੂੰ ਇਸ ਦੇ ਵਿੱਚ ਕੰਟਰੀਬਿਊਟ ਕਰਨ ਦੇ ਲਈ। ਅਕਾਊਂਟ ਹੋਲਡਰ ਕੌਣ ਹੋ ਸਕਦਾ ਹੈ? ਬੈਨੀਫੀਸ਼ੀਅਰੀ ਖੁਦ, ਲੀਗਲ ਪੇਰੈਂਟ, ਸਿਬਲਿੰਗ ਯਾਨੀ ਕਿ ਭੈਣ ਭਰਾ, ਪਬਲਿਕ ਡਿਪਾਰਟਮੈਂਟ ਏਜੰਸੀ ਜਾਂ ਇੰਸਟੀਟਿਊਟ ਜੋ ਲੀਗਲੀ ਆਥੋਰਾਈਜ਼ਡ ਹੈ ਉਸ ਬੈਨੀਫੀਸ਼ੀਅਰੀ ਦੇ ਬਿਹਾਫ ਦੇ ਉੱਤੇ ਕੰਮ ਕਰਨ ਦੇ ਲਈ, ਸਪਾਊਸ ਯਾਨੀ ਪਤੀ ਜਾਂ ਪਤਨੀ, ਜਾਂ ਫਿਰ ਕਾਮਨ ਲਾ ਪਾਰਟਨਰ। ਜੋ ਅਕਾਊਂਟ ਦੇ ਵਿੱਚ ਪੈਸੇ ਪਾਉਂਦਾ ਹੈ ਜਾਂ ਕੰਟਰੀਬਿਊਟ ਕਰਦਾ ਹੈ ਉਸ ਨੂੰ ਕੰਟਰੀਬਿਊਟਰ ਕਹਿ ਸਕਦੇ ਹਨ। ਉਦਾਹਰਨ ਦੇ ਤੌਰ ਤੇ ਜੇ ਦਾਦਾ-ਦਾਦੀ ਕੰਟਰੀਬਿਊਟ ਕਰਨਾ ਚਾਹੁੰਦੇ ਹਨ ਅਤੇ ਮਾਤਾ-ਪਿਤਾ ਅਕਾਊਂਟ ਦੇ ਹੋਲਡਰ ਹਨ ਤਾਂ ਦਾਦਾ-ਦਾਦੀ ਕੰਟਰੀਬਿਊਟਰ ਹੋਣਗੇ ਅਤੇ ਉਹਨਾਂ ਨੂੰ ਪੇਰੈਂਟਸ ਦੀ ਸਹਿਮਤੀ ਚਾਹੀਦੀ ਹੋਏਗੀ ਕੰਟਰੀਬਿਊਟ ਕਰਨ ਦੇ ਲਈ। ਫਿਰ ਸਵਾਲ ਆਉਂਦਾ ਹੈ ਕਿ ਇਸ ਦੇ ਵਿੱਚ ਕਿੰਨਾ ਕੰਟਰੀਬਿਊਟ ਕੀਤਾ ਜਾ ਸਕਦਾ ਹੈ। ਵੱਧ ਤੋਂ ਵੱਧ $2 ਲੱਖ ਕੰਟਰੀਬਿਊਸ਼ਨ ਇਸ ਦੇ ਵਿੱਚ ਅਲਾਉਡ ਹੈ। ਇੱਕ ਸਾਲ ਦੇ ਵਿੱਚ ਕਿੰਨਾ ਕੰਟਰੀਬਿਊਟ ਕੀਤਾ ਜਾਵੇ ਇਸ ਦੀ ਕੋਈ ਸੀਮਾ ਨਹੀਂ ਹੈ, ਪਰ ਗ੍ਰਾਂਟਸ ਨੂੰ ਬਿਹਤਰ ਤਰੀਕੇ ਦੇ ਨਾਲ ਲੈਣ ਦੇ ਲਈ ਕੰਟਰੀਬਿਊਸ਼ਨ ਨੂੰ ਵੱਖਰੇ-ਵੱਖਰੇ ਸਾਲਾਂ ਦੇ ਵਿੱਚ ਵੰਡਿਆ ਜਾਂਦਾ ਹੈ। ਹੁਣ ਜਾਣਦੇ ਹਾਂ ਗ੍ਰਾਂਟਸ ਦੇ ਬਾਰੇ। CDSG ਕੈਨੇਡੀਅਨ ਡਿਸੇਬਿਲਿਟੀ ਸੇਵਿੰਗਸ ਗ੍ਰਾਂਟ। ਇੱਕ ਬੈਨੀਫੀਸ਼ੀਅਰੀ ਆਪਣੀ ਲਾਈਫ ਟਾਈਮ ਦੇ ਵਿੱਚ ਵੱਧ ਤੋਂ ਵੱਧ 70,000 ਤੱਕ ਦੀ ਗ੍ਰਾਂਟ ਲੈ ਸਕਦਾ ਹੈ। ਇੱਕ ਸਾਲ ਦੇ ਵਿੱਚ ਸਰਕਾਰ 3500 ਤੱਕ ਦੀ ਗ੍ਰਾਂਟ ਦਿੰਦੀ ਹੈ। ਜੇ ਪਿਛਲੇ ਸਾਲਾਂ ਨੂੰ ਕੈਚਅਪ ਕਰਨਾ ਹੋਵੇ ਤਾਂ ਵੱਧ ਤੋਂ ਵੱਧ ਇੱਕ ਸਾਲ ਦੇ ਵਿੱਚ 10,500 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਗ੍ਰਾਂਟ ਸਾਲਾਨਾ ਇਨਕਮ ਉੱਤੇ ਆਧਾਰਿਤ ਹੁੰਦੀ ਹੈ, ਯਾਨੀ ਜ਼ਿਆਦਾ ਇਨਕਮ ਹੋਣ ਤੇ ਗ੍ਰਾਂਟ ਘੱਟ ਮਿਲੇਗੀ। ਜੇ ਬੈਨੀਫੀਸ਼ੀਅਰੀ ਮਾਈਨਰ ਹੈ ਤਾਂ ਮਾਤਾ-ਪਿਤਾ ਦੀ ਇਨਕਮ ਤੇ ਬੇਸ ਉੱਤੇ ਕੈਲਕੂਲੇਟ ਹੁੰਦੀ ਹੈ, ਅਤੇ ਜੇ ਬੈਨੀਫੀਸ਼ੀਅਰੀ ਬਾਲਿਗ ਹੈ ਤਾਂ ਉਸਦੀ ਆਪਣੀ ਇਨਕਮ ਦੇ ਮੁਤਾਬਿਕ ਗ੍ਰਾਂਟ ਮਿਲਦੀ ਹੈ। ਇਸ ਲਈ ਜ਼ਰੂਰੀ ਹੈ ਕਿ CRA ਦੇ ਕੋਲ ਤੁਹਾਡੀ ਇਨਕਮ ਦੀ ਜਾਣਕਾਰੀ ਹੋਵੇ। ਉਦਾਹਰਨ ਦੇ ਤੌਰ ਤੇ ਜੇ ਬੈਨੀਫੀਸ਼ੀਅਰੀ ਦੇ ਕੋਲ ਕੰਮ ਨਹੀਂ ਹੈ ਅਤੇ ਟੈਕਸ ਫਾਈਲ ਨਹੀਂ ਕੀਤਾ ਗਿਆ ਤਾਂ CRA ਦੇ ਕੋਲ ਉਹਨਾਂ ਦੀ ਇਨਕਮ ਦੀ ਜਾਣਕਾਰੀ ਨਹੀਂ ਹੋਏਗੀ। ਇਸ ਕੇਸ ਦੇ ਵਿੱਚ ਸਿਰਫ $1,000 ਗ੍ਰਾਂਟ ਹੀ ਦਿੱਤੀ ਜਾਏਗੀ। ਸੋ ਜ਼ਰੂਰੀ ਹੈ ਕਿ ਟੈਕਸ ਫਾਈਲ ਕੀਤਾ ਜਾਏ ਅਤੇ CRA ਦੇ ਕੋਲ ਇਸ ਦੀ ਜਾਣਕਾਰੀ ਹੋਵੇ। ਫਿਰ ਆਂਦਾ ਹੈ CDSP ਕੈਨੇਡੀਅਨ ਡਿਸੇਬਿਲਿਟੀ ਸੇਵਿੰਗਸ ਬੌਂਡ। CDSP ਦੇ ਲਈ ਕੰਟਰੀਬਿਊਸ਼ਨ ਦੀ ਲੋੜ ਨਹੀਂ ਹੁੰਦੀ। ਇਹ ਸਿਰਫ ਇਨਕਮ ਦੇ ਬੇਸ ਹੁੰਦਾ ਹੈ। ਇੱਕ ਲਿਮਿਟ ਦੀ ਇਨਕਮ ਤੋਂ ਬਾਅਦ ਇਹ ਬੌਂਡ ਨਹੀਂ ਮਿਲਦਾ। 2024 ਦੇ ਵਿੱਚ CDSG ਦੇ ਲਈ ਇਨਕਮ ਲਿਮਿਟਸ $1,11,733 ਹੈ, ਜਿਸ ਦੇ ਵਿੱਚ ਪਹਿਲੇ $500 ਕੰਟਰੀਬਿਊਟ ਕਰਨ ਤੇ ਸਰਕਾਰ 300% ਤੱਕ ਮੈਚ ਕਰਦੀ ਹੈ
ਅਤੇ ਉਸ ਤੋਂ ਬਾਅਦ ਅਗਲੇ $1000 ਨੂੰ 200% ਦੀ ਮੈਚਿੰਗ ਮਿਲਦੀ ਹੈ ਤੇ ਕੁੱਲ ਮਿਲਾ ਕੇ ਗ੍ਰਾਂਟ 3500 ਦੀ ਹੋ ਜਾਂਦੀ ਹੈ। ਉਸੇ ਤਰ੍ਹਾਂ ਹੀ $1,11,733 ਤੋਂ ਉੱਪਰ ਦੀ ਇਨਕਮ ਦੇ ਲਈ ਪਹਿਲੇ $1000 ਦੀ ਕੰਟਰੀਬਿਊਸ਼ਨ ਤੇ 100% ਮੈਚ ਕੀਤੇ ਜਾਣ ਤੋਂ ਬਾਅਦ 1000 ਦੀ ਗ੍ਰਾਂਟ ਮਿਲਦੀ ਹੈ। ਇਸੇ ਤਰ੍ਹਾਂ ਹੀ CDSP ਦੇ ਲਈ $36,502 ਤੱਕ ਦੀ ਇਨਕਮ ਲਈ $1000 ਦਾ ਬੌਂਡ ਮਿਲਦਾ ਹੈ। ਜੇ ਤੁਹਾਡੀ ਇਨਕਮ 36,502 ਤੋਂ ਲੈ ਕੇ 55,867 ਦੇ ਵਿਚਕਾਰ ਪੈਂਦੀ ਹੈ ਤਾਂ $1000 ਦਾ ਬੌਂਡ ਪ੍ਰੋ-ਰੇਟਡ ਬੇਸ ਤੇ ਘਟ ਜਾਏਗਾ। 55,867 ਤੋਂ ਉੱਪਰ ਦੀ ਇਨਕਮ ਦੇ ਲਈ ਕੋਈ ਬੌਂਡ ਨਹੀਂ ਮਿਲਦਾ। ਇਸ ਤੋਂ ਇਲਾਵਾ ਜਿਸ ਵੇਲੇ ਤੁਹਾਡੀ ਕੰਟਰੀਬਿਊਸ਼ਨ, ਗ੍ਰਾਂਟ ਅਤੇ ਬੌਂਡ ਮਿਲ ਕੇ ਇਸ ਅਕਾਊਂਟ ਦੇ ਵਿੱਚ ਸ਼ਾਮਿਲ ਹੁੰਦੇ ਹਨ ਤਾਂ ਤੁਸੀਂ ਇਸ ਨੂੰ ਇਨਵੈਸਟ ਕਰਦੇ ਹੋ। ਇਹ ਇਨਵੈਸਟਮੈਂਟ ਗਰੋਥ ਅਕਾਊਂਟ ਦੇ ਵਿੱਚ ਬਹੁਤ ਇਜ਼ਾਫਾ ਕਰਦੀ ਹੈ। RDSP ਅਕਾਊਂਟ ਦੇ ਵਿੱਚ ਉਹ ਸਾਰੀਆਂ ਇਨਵੈਸਟਮੈਂਟਸ ਕਰ ਸਕਦੇ ਹੋ ਜੋ ਕਿ ਇੱਕ RRSP ਜਾਂ RESP ਦੇ ਲਈ ਮੌਜੂਦ ਹਨ, ਪਰ ਹਰ ਬੈਂਕ ਦੇ ਕੋਲ ਹਰ ਆਪਸ਼ਨ ਮੌਜੂਦ ਨਹੀਂ ਹੋ ਸਕਦੀ। ਇਸ ਲਈ ਆਪਣੇ ਬੈਂਕ ਜਾਂ ਕ੍ਰੈਡਿਟ ਯੂਨੀਅਨ ਦੇ ਨਾਲ ਸੰਪਰਕ ਜ਼ਰੂਰ ਕਰੋ, ਕਿਉਂਕਿ ਇਹ ਇੱਕ ਲੌਂਗ ਟਰਮ ਅਕਾਊਂਟ ਹੈ ਤਾਂ ਇਸ ਦੇ ਵਿੱਚ ਲੌਂਗ ਟਰਮ ਇਨਵੈਸਟਮੈਂਟ ਕੀਤੀ ਜਾ ਸਕਦੀ ਹੈ। ਇਸ ਦੇ ਕੈਰੀ ਫਾਰਵਰਡ ਰੂਲਸ ਕੀ ਹਨ? ਜਦੋਂ ਤੁਸੀਂ RDSP ਅਕਾਊਂਟ ਖੋਲਦੇ ਹੋ ਤਾਂ ਆਪਣੀ ਕੁਆਲੀਫਿਕੇਸ਼ਨ ਦੇ ਮੁਤਾਬਿਕ ਪਿਛਲੇ 10 ਸਾਲ ਦੀਆਂ ਗ੍ਰਾਂਟਸ ਲੈ ਸਕਦੇ ਹੋ। ਇਹ ਆਧਾਰਿਤ ਹੈ ਤੁਹਾਡੀ ਡਿਸੇਬਿਲਿਟੀ ਟੈਕਸ ਕ੍ਰੈਡਿਟ ਦੀ ਅਪਰੂਵਲ ਡੇਟ ਤੇ ਅਤੇ ਪਿਛਲੀ ਗ੍ਰਾਂਟਸ ਨੂੰ ਕੈਚ ਅਪ ਕਰਨ ਦੇ ਨਾਲ ਬਹੁਤ ਹੀ ਛੇਤੀ ਸੇਵਿੰਗਸ ਨੂੰ ਵਧਾਇਆ ਜਾ ਸਕਦਾ ਹੈ। ਉਦਾਹਰਨ ਦੇ ਤੌਰ ਤੇ ਮੰਨ ਲਓ ਕਿ ਤੁਸੀਂ 2008 ਤੋਂ DTC ਦੇ ਲਈ ਕੁਆਲੀਫਾਈ ਕਰਦੇ ਹੋ, ਪਰ ਤੁਸੀਂ 2021 ਦੇ ਵਿੱਚ RDSP ਅਕਾਊਂਟ ਖੋਲ੍ਹਿਆ ਹੈ। ਇਸ ਮਾਮਲੇ ਵਿੱਚ ਤੁਹਾਡੇ ਕੋਲ 2011 ਤੋਂ 2021 ਤੱਕ ਦੀਆਂ ਗ੍ਰਾਂਟਸ ਅਤੇ ਬੌਂਡਸ ਦੀ ਮੰਗ ਕਰਨ ਦਾ ਮੌਕਾ ਹੁੰਦਾ ਹੈ, ਜਿਸ ਨੂੰ ਤੁਸੀਂ ਆਉਣ ਵਾਲੇ ਸਾਲਾਂ ਦੇ ਵਿੱਚ ਇਕੱਠਾ ਕਰ ਸਕਦੇ ਹੋ। ਇੱਕ ਸਾਲ ਦੇ ਵਿੱਚ ਤੁਸੀਂ ਪਿਛਲੇ 2 ਸਾਲਾਂ ਦੀ ਗ੍ਰਾਂਟ ਲੈ ਸਕਦੇ ਹੋ। ਹੁਣ ਇਸ ਅਕਾਊਂਟ ਨੂੰ ਰਿਟਾਇਰਮੈਂਟ ਦੇ ਦੌਰਾਨ ਜਾਂ ਉਸ ਤੋਂ ਪਹਿਲਾਂ ਆਪਣੀ ਲੋੜ ਮੁਤਾਬਿਕ ਵਰਤਿਆ ਤਾਂ ਜਾ ਸਕਦਾ ਹੈ, ਪਰ RDSP ਵਿੱਚੋਂ ਪੈਸੇ ਕਢਾਉਣਾ ਸੌਖਾ ਨਹੀਂ ਹੁੰਦਾ, ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਤੁਸੀਂ ਪੈਸੇ ਰਿਟਾਇਰਮੈਂਟ ਦੇ ਲਈ ਬਚੇ ਰਹਿਣ ਦਿਓ। ਇਸ ਲਈ ਤੁਸੀਂ ਆਪਣੇ ਪੈਸੇ ਕਿਸੇ ਵੀ ਸਮੇਂ ਕੱਢ ਤਾਂ ਸਕਦੇ ਹੋ, ਪਰ ਜੇ ਤੁਸੀਂ 10 ਸਾਲ ਹੋਣ ਤੋਂ ਪਹਿਲਾਂ ਆਪਣੇ ਪੈਸੇ ਕਢਵਾਉਂਦੇ ਹੋ ਤਾਂ ਗ੍ਰਾਂਟ ਅਤੇ ਬੌਂਡਸ ਵਾਪਸ ਲੈ ਲਏ ਜਾਣਗੇ। ਹਰ $1 ਵਿਡਰਾਲ ਦੇ ਉੱਤੇ $3 ਦੀ ਗ੍ਰਾਂਟ ਜਾਂ ਬੌਂਡ ਵਾਪਸ ਸਰਕਾਰ ਦੇ ਕੋਲ ਚਲੀ ਜਾਂਦੀ ਹੈ। ਸੋ ਇਹ ਅਕਾਊਂਟ ਰਿਟਾਇਰਮੈਂਟ ਵਾਸਤੇ ਖੋਲ੍ਹਿਆ ਜਾਵੇ ਤਾਂ ਹੀ ਬਿਹਤਰ ਹੈ। ਇਸ ਅਕਾਊਂਟ ਦੇ 3 ਹਿੱਸੇ ਹਨ। ਪਹਿਲਾਂ ਤੁਹਾਡੇ ਜੋੜੇ ਪੈਸੇ, ਕਿਉਂਕਿ ਇਹ ਆਫਟਰ ਟੈਕਸ ਇਨਕਮ ਦੇ ਵਿੱਚੋਂ ਕੀਤੀ ਗਈ ਕੰਟਰੀਬਿਊਸ਼ਨ ਹੁੰਦੀ ਹੈ, ਇਸ ਲਈ ਕਢਾਉਣ ਵੇਲੇ ਇਸ ਦੇ ਉੱਤੇ ਟੈਕਸ ਨਹੀਂ ਲੱਗਦਾ, ਇਹ ਟੈਕਸ ਫ੍ਰੀ ਕੱਢੇ ਜਾ ਸਕਦੇ ਹਨ। ਦੂਸਰਾ ਭਾਗ ਹੈ ਸਰਕਾਰੀ ਗ੍ਰਾਂਟਸ ਅਤੇ ਬੌਂਡ। ਇਹ ਪੈਸੇ ਕੱਢਣ ਤੇ ਆਮਦਨ ਵਜੋਂ ਗਿਣੇ ਜਾਣਗੇ ਅਤੇ ਇਹਨਾਂ ਉੱਪਰ ਟੈਕਸ ਦੇਣਾ ਪਏਗਾ। ਇਨਵੈਸਟਮੈਂਟ ਇਨਕਮ ਜਾਂ ਫਿਰ ਨਿਵੇਸ਼ ਤੋਂ ਕੀਤੀ ਗਈ ਕਮਾਈ, ਇਹ ਵੀ ਇੱਕ ਆਮਦਨ ਹੈ, ਇਸ ਨੂੰ ਕਢਾਉਣ ਦੇ ਲਈ ਵੀ ਟੈਕਸ ਦਿੱਤਾ ਜਾਂਦਾ ਹੈ। ਤੁਸੀਂ ਆਪਣੀ RRSP ਨੂੰ ਵੀ RDSP ਦੇ ਵਿੱਚ ਰੋਲ ਓਵਰ ਕਰ ਸਕਦੇ ਹੋ ਗ੍ਰਾਂਟਸ ਲੈਣ ਦੇ ਲਈ, ਪਰ ਜੇ ਇਸ ਤਰ੍ਹਾਂ ਕੀਤਾ ਗਿਆ ਹੈ ਤਾਂ ਬਿਲਕੁਲ RRSP ਦੀ ਤਰ੍ਹਾਂ ਹੀ ਇਸ ਦੇ ਵਿੱਚੋਂ ਪੈਸੇ ਕਢਾਉਣ ਦੇ ਉੱਤੇ ਟੈਕਸ ਲੱਗੇਗਾ। ਹੁਣ ਕਢਾਉਣ ਦੇ ਇਸ ਸਿਸਟਮ ਦੇ ਵਿੱਚ ਇੱਕ ਛੋਟ ਦਿੱਤੀ ਗਈ ਹੈ। ਜੇ ਡਾਕਟਰ ਦੇ ਮੁਤਾਬਿਕ ਕਿਸੇ ਵੀ ਵਜ੍ਹਾ ਦੇ ਕਾਰਨ ਜੇ ਤੁਹਾਡੀ ਉਮਰ 5 ਸਾਲ ਜਾਂ ਇਸ ਤੋਂ ਘੱਟ ਦੀ ਰਹਿ ਗਈ ਹੈ ਤਾਂ ਤੁਸੀਂ 10,000 ਤੱਕ ਪ੍ਰਤੀ ਸਾਲ RDSP ਵਿੱਚੋਂ ਬਿਨਾਂ ਗ੍ਰਾਂਟਸ ਦੀ ਵਾਪਸੀ ਦੇ ਕਢਾ ਸਕਦੇ ਹੋ। ਤੁਸੀਂ ਸਕਰੀਨ ਤੇ RDSP ਅਕਾਊਂਟ ਨੂੰ ਖੋਲ੍ਹਣ ਦਾ ਪੂਰਾ ਪ੍ਰੋਸੈਸ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਡਿਸੇਬਿਲਿਟੀ ਟੈਕਸ ਕ੍ਰੈਡਿਟ ਦੇ ਲਈ ਕੁਆਲੀਫਾਈ ਕਰਨਾ, ਉਸ ਤੋਂ ਬਾਅਦ ਆਪਣੇ ਬੈਂਕ ਜਾਂ ਕ੍ਰੈਡਿਟ ਯੂਨੀਅਨ ਦੇ ਨਾਲ RDSP ਐਪਲੀਕੇਸ਼ਨ ਦਾ ਫਾਰਮ ਭਰਨਾ। 2 ਗ੍ਰਾਂਟ ਫਾਰਮਸ Annex A ਅਤੇ Annex B, CDSG ਅਤੇ CDSP ਇਸ ਲਈ ਭਰੇ ਜਾਂਦੇ ਹਨ। ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਇੱਕ RDSP ਇੱਕ ਬੈਂਕ ਤੋਂ ਦੂਸਰੇ ਬੈਂਕ ਦੇ ਵਿੱਚ ਟ੍ਰਾਂਸਫਰ ਹੋ ਸਕਦੀ ਹੈ, ਪਰ ਤੁਸੀਂ ਇੱਕ ਸਮੇਂ ਦੇ ਵਿੱਚ ਇੱਕ ਤੋਂ ਵੱਧ RDSP ਨਹੀਂ ਖੋਲ੍ਹ ਸਕਦੇ। CDSG ਅਤੇ CDSP ਦੇ ਲਈ ਬੈਨੀਫੀਸ਼ਰੀ ਉਸ ਸਾਲ ਦੀ ਦਸੰਬਰ 31 ਤੱਕ ਕੁਆਲੀਫਾਈ ਕਰਦੇ ਹਨ ਜਿਸ ਸਾਲ ਉਹ 49 ਸਾਲ ਦੇ ਹੋ ਜਾਂਦੇ ਹਨ। ਜਦੋਂ ਤੁਸੀਂ ਪੁਰਾਣੀਆਂ ਗ੍ਰਾਂਟ ਅਤੇ ਬੌਂਡ ਨੂੰ ਕੈਚ ਅਪ ਕਰਦੇ ਹੋ ਤਾਂ ਇੱਕ ਸਾਲ ਵਿੱਚ ਵੱਧ ਤੋਂ ਵੱਧ 10,500 CDSG ਅਤੇ 11,000 ਤੱਕ ਦੀ ਬੌਂਡ ਲੈ ਸਕਦੇ ਹੋ, ਅਤੇ ਇੱਕ ਸਮੇਂ ਦੇ ਵਿੱਚ RDSP ਦੇ ਵਿੱਚ ਇੱਕੋ ਹੀ ਬੈਨੀਫੀਸ਼ਰੀ ਹੋ ਸਕਦਾ ਹੈ। ਆਓ ਇੱਕ ਕੇਸ ਸਟੱਡੀ ਵੱਲ ਝਾਤ ਮਾਰਦੇ ਹਾਂ। ਮੰਨ ਲਓ ਕਿ ਸੋਨੀਆ 10 ਸਾਲ ਦੀ ਬੱਚੀ ਹੈ ਜੋ ਕਿ DTC ਦੇ ਲਈ ਕੁਆਲੀਫਾਈ ਕਰਦੀ ਹੈ। ਉਸ ਦੇ ਪੇਰੈਂਟਸ ਨੇ ਡਿਸਾਈਡ ਕੀਤਾ ਕਿ RDSP ਖੋਲ੍ਹੀ ਜਾਏ ਅਤੇ ਉਹਨਾਂ ਨੇ $1,500 ਸਾਲਾਨਾ ਉਸ RDSP ਅਕਾਊਂਟ ਦੇ ਵਿੱਚ ਕੰਟਰੀਬਿਊਟ ਕੀਤੇ। ਪਰਿਵਾਰ ਦੀ ਇਨਕਮ ਮੋਡੈਸਟ ਹੈ, ਸੋ ਇਸ ਲਈ ਉਹ ਪੂਰੀ CDSG ਗ੍ਰਾਂਟ ਦੇ ਲਈ ਕੁਆਲੀਫਾਈ ਕਰਦੀ ਹੈ। ਤੁਸੀਂ ਇਹ ਦੇਖ ਸਕਦੇ ਹੋ ਇਸ ਗ੍ਰਾਫ ਦੇ ਵਿੱਚ ਕਿ ਪਹਿਲੇ ਸਾਲ $1,500 ਦੀ ਕੰਟਰੀਬਿਊਸ਼ਨ ਤੋਂ ਬਾਅਦ ਉਸ ਨੂੰ $3,500 ਦੀ ਗ੍ਰਾਂਟ ਮਿਲੀ। ਹਰ ਸਾਲ ਇਸੇ ਤਰ੍ਹਾਂ ਹੀ 5,000 ਦੀ ਕੰਟਰੀਬਿਊਸ਼ਨ ਵੱਧਦੀ ਗਈ ਅਤੇ 10 ਸਾਲਾਂ ਮਗਰੋਂ 5% ਦੇ ਐਜ਼ਿਊਮਡ ਐਨੂਅਲ ਰੇਟ ਆਫ ਰਿਟਰਨ ਦੇ ਉੱਤੇ ਉਸ ਦੇ 20 ਸਾਲ ਦੇ ਹੋਣ ਤੱਕ ਇਹ ਸੇਵਿੰਗਸ ਕਿੱਥੇ ਤੱਕ ਪਹੁੰਚ ਗਈਆਂ ਹਨ। ਇਸੇ ਤਰ੍ਹਾਂ ਹੀ ਜੇ ਦੂਸਰੀ ਕੇਸ ਸਟੱਡੀ ਨੂੰ ਦੇਖਿਆ ਜਾਏ ਤਾਂ ਜਤਿਨ ਜੋ ਕਿ 35 ਸਾਲ ਦਾ ਹੈ ਅਤੇ ਰੀਸੈਂਟਲੀ ਹੀ DTC ਦੇ ਲਈ ਕੁਆਲੀਫਾਈ ਕੀਤਾ ਹੈ,
ਉਸਨੇ ਆਪਣੀ RDSP ਅਕਾਊਂਟ ਖੋਲ੍ਹਿਆ, $2000 ਸਾਲਾਨਾ ਉਸ ਵਿੱਚ ਪਾਏ, ਪਰ ਕਿਉਂਕਿ ਉਸਦੀ ਇਨਕਮ ਘੱਟ ਸੀ ਇਸ ਲਈ ਉਹ CDSP ਦੇ ਵਾਸਤੇ ਕੁਆਲੀਫਾਈ ਕਰਦਾ ਹੈ। ਇਸ ਤਰ੍ਹਾਂ ਦੇ ਨਾਲ 2000 ਦੀ ਆਪਣੀ ਕੰਟਰੀਬਿਊਸ਼ਨ, 3500 ਗ੍ਰਾਂਟ ਔਰ 1000 ਦਾ ਬੌਂਡ, ਕੁੱਲ ਮਿਲਾ ਕੇ $6500 ਅਗਲੇ 25 ਸਾਲਾਂ ਤੱਕ ਉਸ ਨੂੰ ਬਹੁਤ ਜ਼ਿਆਦਾ ਗਰੋਥ ਦੇ ਰਹੇ ਹਨ, ਜਿਸ ਦੇ ਕਾਰਨ ਉਹ ਆਪਣੀ ਰਿਟਾਇਰਮੈਂਟ ਦੇ ਵਿੱਚ ਬਹੁਤ ਹੀ ਅੱਛੀ ਇਨਕਮ RDSP ਤੋਂ ਪਾ ਸਕਦਾ ਹੈ। ਜੇ ਅਸੀਂ ਕੰਪੈਰੀਜ਼ਨ ਦੇਖੀਏ RDSP ਅਤੇ ਨਾਨ RDSP ਸੇਵਿੰਗਸ ਦਾ, ਗ੍ਰਾਂਟਸ ਕਰਕੇ ਅਤੇ ਉਹਨਾਂ ਗ੍ਰਾਂਟਸ ਅਤੇ ਕੰਟਰੀਬਿਊਸ਼ਨ ਤੇ ਮਿਲੀ ਹੋਈ ਗਰੋਥ ਦੇ ਫਰਕ ਕਾਰਨ ਤੁਸੀਂ ਦੇਖ ਸਕਦੇ ਹੋ ਕਿ ਸੇਵਿੰਗਸ ਦੇ ਵਿੱਚ ਬਹੁਤ ਹੀ ਵੱਡਾ ਫਰਕ ਹੈ। ਇਸ ਲਈ ਅੰਤ ਵਿੱਚ ਇਹੀ ਕਹਿ ਸਕਦੇ ਹਾਂ ਕਿ RDSP ਇੱਕ ਬਿਹਤਰੀਨ ਅਕਾਊਂਟ ਹੈ ਜਿਸ ਦੇ ਬਹੁਤ ਫਾਇਦੇ ਹਨ। ਡਿਸੇਬਿਲਿਟੀ ਵਾਲੇ ਲੋਕਾਂ ਨੂੰ ਵਿੱਤੀ ਸੁਰੱਖਿਆ, ਫਾਈਨੈਂਸ਼ੀਅਲ ਸਿਕਿਉਰਿਟੀ ਪ੍ਰਾਪਤ ਕਰਨ ਦੇ ਵਿੱਚ ਇਹ ਮਦਦ ਕਰਦਾ ਹੈ। ਇਸ ਵਿੱਚ ਪੈਸੇ ਜੋੜ ਕੇ ਤੁਸੀਂ ਬਹੁਤ ਸਾਰੇ ਸਰਕਾਰੀ ਫਾਇਦੇ ਪ੍ਰਾਪਤ ਕਰ ਸਕਦੇ ਹੋ, ਆਪਣੀ ਰਿਟਾਇਰਮੈਂਟ ਨੂੰ ਸੁਨਿਸ਼ਚਿਤ ਅਤੇ ਸਿਕਿਉਰ ਕਰ ਸਕਦੇ ਹੋ। ਉਮੀਦ ਕਰਦੀ ਹਾਂ ਕਿ ਇਹ ਜਾਣਕਾਰੀ ਤੁਹਾਡੇ ਕੰਮ ਆਏਗੀ। ਜੇ ਤੁਹਾਡੇ RDSP ਬਾਰੇ ਕੋਈ ਵੀ ਸਵਾਲ ਹੋਣ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਵੀ ਸਕਦੇ ਹੋ, ਜਾਂ ਫਿਰ ਆਪਣੇ ਬੈਂਕ, ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਗੱਲ ਕਰਕੇ ਉਹਨਾਂ ਦੇ ਕੋਲੋਂ ਵੱਧ ਜਾਣਕਾਰੀ ਵੀ ਲੈ ਸਕਦੇ ਹੋ। ਜੇ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਫਾਈਨੈਂਸ਼ੀਅਲ ਪੋਡਕਾਸਟ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਦੱਸੋ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤਦ ਤੱਕ ਲਈ ਸਟੇ ਹੈਪੀ, ਸਟੇ ਹੈਲਦੀ।